स्टूडेंट्स बेटे आज आप शुरू करांगे प्रॉपर्टीज ऑफ एसिड्स। लास्ट टॉपिक ਆਪਾਂ ਕੀਤਾ ਸੀ एसिड्स ਬਾਰੇ ਵੀ एसिड ਕਿਹੜੇ ਸਬਸਟੈਂਸ ਨੇ ਕਿਹੜੇ ਕੈਮੀਕਲ ਸਬਸਟੈਂਸ ਹੁੰਦੇ ਆ बेटे स्ट्रांग एसिड ਕਿਹੜੇ ਹੁੰਦੇ ਆ ਵੀਕ एसिड ਕਿਹੜੇ ਹੁੰਦੇ ਆ ਠੀਕ ਹੈ ਇਹਨਾਂ ਬਾਰੇ ਆਪਾਂ ਪੜ੍ਹ ਕੇ ਆਏ ਸੀ। ਅੱਜ ਆਪਾਂ ਇਹਨਾਂ ਦੀ ਕਰਾਂਗੇ प्रॉपर्टीज ठीक है प्रॉपर्टीज ऑफ एसिड्स एसिड्स ਦੀਆਂ ਕੀ प्रॉपर्टीज ਨੇ ठीक है बेटे। फर्स्ट प्रॉपर्टी एसिड्स हैव अ सोर टेस्ट। ਜਿਹੜੇ ਐਸਿਡ ਹੁੰਦੇ ਨੇ ਇਹ ਥੋੜੇ ਖੱਟੇ ਟੇਸਟ ਦੇ ਹੁੰਦੇ ਸੋ ਟੇਸਟ ਹੁੰਦਾ ਜਿਵੇਂ ਕਿ ਆਪਾਂ ਲੈਮਨ ਲੈ ਲਈਏ ਠੀਕ ਹੈ ਲੈਮਨ ਵੀ ਇੱਕ ਤਰ੍ਹਾਂ ਦੀ ਐਸਿਡ ਦੀ ਫਾਰਮ ਹੈ ਕਰਡ ਲੈ ਲਈਏ ਦਹੀਂ ਲੈ ਲਈਏ ਉਹ ਵੀ ਕੀ ਆਪਣੇ ਕੋਲ ਬੇਟੇ ਇੱਕ ਐਸਿਡ ਹੀ ਹੈ ਠੀਕ ਹੈ ਥੋੜੇ ਖੱਟੇ ਹੁੰਦੇ ਆ। ਐਸਿਡ ਟਰਨਸ ਬਲੂ ਲਿਟਮਸ ਨੂੰ ਕਿਹਦੇ ਟਰਨ ਕਰ ਦਿੰਦੇ ਨੇ ਬੇਟੇ ਰੈੱਡ ਦੇ ਵਿੱਚ ਬਲੂ ਲਿਟਮਸ ਨੂੰ ਕਿਹਦੇ ਚੇਂਜ ਕਰ ਦਿੰਦੇ ਨੇ ਰੈੱਡ ਦੇ ਵਿੱਚ। ਹੁਣ ਇੱਥੇ ਗੱਲ ਆਉਂਦੀ ਬੇਟੇ ਲਿਟਮਸ ਕੀ ਹੁੰਦਾ ਇੱਕ ਇੰਡੀਕੇਟਰ ਹੁੰਦਾ लिटमस के अंदर लिटमस पेपर के अंदर एक बेटे इंडिकेटर केड़ा शो करता है केड़ी चीज एसिड है केड़ी चीज बेस है ठीक है। इना बारे में ਆਪਾਂ ਪੜਾਂਗੇ ਹੁਣ ਅੱਗੇ ਜਾ ਕੇ ਠੀਕ ਹੈ ਜੀ। एसिड्स ਕੀ ਕਰਦੇ ਆ ब्लू लिटमस पेपर ਨੂੰ ਕਿਹਦੇ ਵਿੱਚ ਟਰਨ ਕਰ ਦਿੰਦੇ ਆ ਰੈੱਡ ਦੇ ਵਿੱਚ ਠੀਕ ਹੈ। ਥਰਡ ਪ੍ਰੋਪਰਟੀ बेटे एसिड सॉल्यूशन कंडक्ट इलेक्ट्रिसिटी। ਜਿਹੜੇ एसिड ਦੇ सॉल्यूशन ਹੋਣਗੇ ਜਿਵੇਂ ਕਿ बेटे ਆਪਾਂ ਇੱਕ ਵਾਟਰ ਲੈ ਲਿਆ ਪਾਣੀ ਲੈ ਲਿਆ ਠੀਕ ਹੈ ਪਾਣੀ ਦੇ ਵਿੱਚ ਆਪਾਂ ਕੀ ਪਾਤਾ ਥੋੜਾ ਬਹੁਤ ਐਸਿਡ ਪਾਤਾ मतलब HCl aqueous HCl aqueous solution एक ही करेगा गुड कंडक्टर होएगा गुड कंडक्टर ऑफ इलेक्ट्रिसिटी का की होएगा बेटे गुड कंडक्टर। इस करके ना बेटे की कहते हैं अपन इलेक्ट्रोलाइट की कहते हैं ना अपन इलेक्ट्रोलाइट मतलब ये इलेक्ट्रिसिटी कंडक्ट करते हैं ठीक है जी। एसिड सॉल्यूशन कंडक्ट इलेक्ट्रिसिटी ठीक है। इलेक्ट्रिसिटी क्यों कंडक्ट करते हैं क्योंकि बेटे ਜਿਹੜੇ एसिड्स ਹੁੰਦੇ ਆ ਉਹ आयंस में डिसोसिएट हो जाते हैं आयंस ਦੇ ਵਿੱਚ ਟੁੱਟ ਜਾਂਦੇ ਜਦੋਂ ਉਹਨਾਂ ਨੂੰ ਆਪਾਂ ਪਾਣੀ 'ਚ ਡਿਸੋਲਵ ਕਰਦੇ ਹਾਂ ठीक है बेटे। फोर्थ प्रॉपर्टी की है दी बहुत इंपॉर्टेंट प्रॉपर्टी है बेटे इससे तो रिलेटेड एक मार्क्स का क्वेश्चन भी पूछा जा सकता है थोड़ा तो एसिड्स रिएक्ट विद मेटल्स। ਜਿਹੜੇ ਐਸਿਡ ਹੁੰਦੇ ਨੇ ਜਦੋਂ ਰਿਐਕਟ ਕਰਦੇ ਨੇ ਮੈਟਲਸ ਨਾਲ ਤੇ ਕੀ ਬਣਦੇ ਨੇ ਟੂ ਫਾਰਮ ਹਾਈਡਰੋਜਨ ਗੈਸ ਹਮੇਸ਼ਾ ਹੀ ਕੀ ਬਣਾਉਣਗੇ ਉਹ ਹਾਈਡਰੋਜਨ ਗੈਸ। ਮੋਸਟਲੀ ਜਿਹੜੇ ਐਸਿਡ ਹੁੰਦੇ ਨੇ ਤੇ ਮੋਸਟਲੀ ਜਿਹੜੇ ਮੈਟਲ ਨੇ ਆਪਸ ਵਿੱਚ ਰਿਐਕਟ ਕਰਕੇ ਕਿਹੜੀ ਗੈਸ ਬਣਾਉਣਗੇ ਹਮੇਸ਼ਾ ਹੀ ਕਾਮਨ ਹੁੰਦੀ ਹੈ ਹਾਈਡਰੋਜਨ ਗੈਸ ਕਾਮਨ ਹੈ ਠੀਕ ਹੈ ਨਾ बेटे। ਜਿਵੇਂ ਕਿ ਆਪਾਂ ਲੈ ਜ਼ਿੰਕ प्लस H2SO4 जिंक सल्फेट प्लस की निकल गया अपने कोले हाइड्रोजन गैस। एक ही है बेटे अपने कोले मेटल एक ही अपने कोले एसिड मेटल प्लस एसिड की बन गया साल्ट प्लस हाइड्रोजन गैस ठीक है बेटे। ध्यान रखना है एक मार्क्स का क्वेश्चन आ सकता है थोड़ा पूछा जा सकता है भी व्हिच गैस प्रोड्यूस द इवॉल्व when acid react with the metals मतलब ਜਦੋਂ ਐਸਿਡ ਮੈਟਲ ਨਾਲ ਰਿਐਕਟ ਕਰਦੇ ਨੇ ਤੇ ਕਿਹੜੀ ਗੈਸ ਨਿਕਲਦੀ ਹੈ ਬੇਟੇ ਹਾਈਡਰੋਜਨ ਗੈਸ। ਇਹ ਤੁਸੀਂ ਯਾਦ ਹੈ ਕਾਮਨ ਥਿੰਕ ਹੈ ਠੀਕ ਹੈ ਬੇਟੇ। ਮੈਟਲ ਜਦੋਂ ਵੀ ਐਸਿਡ ਨਾਲ ਰਿਐਕਟ ਕਰਦੇ ਨੇ ਹਮੇਸ਼ਾ ਕੀ ਕਰਦੇ ਨੇ ਹਾਈਡਰੋਜਨ ਗੈਸ ਕਰਦੇ ਠੀਕ ਹੈ ਬੇਟੇ। ਉਸ ਤੋਂ ਬਾਅਦ ਨੈਕਸਟ ਪ੍ਰੋਪਰਟੀ ਵੀ ਇਹਦੀ ਇੰਪੋਰਟੈਂਟ ਹੈ ਬੇਟੇ ਇਹਨਾਂ ਤੋਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਜਿਵੇਂ ਇਹਦੇ ਚ ਆਪਾਂ ਐਸਿਡ ਮੈਟਲ ਨਾਲ ਰਿਐਕਟ ਕਰਕੇ ਕਿਹੜੀ ਗੈਸ ਬਣਾਉਂਦੇ ਸੀ ਹਾਈਡਰੋਜਨ ਗੈਸ ਕਰਦੇ ਆ ਉਸੇ ਤਰ੍ਹਾਂ ਇਹਦੇ ਵਿੱਚ ਜਿਹੜੇ ਐਸਿਡ ਹੁੰਦੇ ਨੇ ਉਹ ਮੈਟਲ ਕਾਰਬੋਨੇਟਸ CO3 मेटल कार्बोनेट्स या मेटल हाइड्रोजन कार्बोनेट या बाइकार्बोनेट मतलब HCO3 ठीक है। कार्बोनेट केडी फॉर्म हो जाएगी अपने कोले CO3 फॉर्म हो जाएगी ते हाइड्रोजन कार्बोनेट HCO3 ठीक है। ਇਹਦੇ ਨਾਲ ਕੀ ਮੈਟਲ ਲੱਗਿਆ ਹੋਵੇਗਾ ਕੀ ਲੱਗਿਆ ਹੋਵੇਗਾ ਇਹਦੇ ਨਾਲ ਕੀ ਮੈਟਲ ठीक है बेटे। एसिड रिएक्ट विद मेटल कार्बोनेट एंड मेटल हाइड्रोजन कार्बोनेट टू फॉर्म कार्बन डाइऑक्साइड गैस। एसिड ਜਦੋਂ ਰਿਐਕਟ ਕਰਨਗੇ ਮੈਟਲ ਕਾਰਬੋਨੇਟ ਜਾਂ ਮੈਟਲ ਹਾਈਡਰੋਜਨ ਕਾਰਬੋਨੇਟ ਨਾਲ ਤੇ ਕਿਹੜੀ ਗੈਸ ਹਮੇਸ਼ਾ ਕੱਢਣਗੇ ਕਾਰਬਨ ਡਾਈਆਕਸਾਈਡ ਠੀਕ ਹੈ ਬੇਟੇ CO2 ਗੈਸ ਨਿਕਲੇਗੀ। ਜਿਵੇਂ ਕਿ ਇੱਥੇ ਆਪਣੇ ਕੋਲ ਕਿਹੜੀ ਗੈਸ ਨਿਕਲੀ ਸੀ ਹਮੇਸ਼ਾ ਹਾਈਡਰੋਜਨ ਗੈਸ ਜਦੋਂ ਐਸਿਡ ਮੈਟਲ ਨਾਲ ਰਿਐਕਟ ਕਰਦੇ हैं ठीक है बेटे। उसी तरह इधर भी एग्जांपल करके देख लेते हैं हां जी सोडियम कार्बोनेट ले लिया मेटल कार्बोनेट की फॉर्म आ गई अपने को एक ही आ गया अपने को एक मेटल कार्बोनेट एक ही आ गया एसिड की बन गया साल्ट प्लस कार्बन डाइऑक्साइड की बन गया अपने को कार्बन डाइऑक्साइड तो इथे की निकल गया बेटे वाटर की फॉर्म निकल गई ठीक है। केडी गैस निकली है इथे कार्बन डाइऑक्साइड तो इथे केडी गैस निकली सी ਜਦੋਂ ਮੈਟਲ ਐਸਿਡ ਨਾਲ ਰਿਐਕਟ ਕਰਦੇ ਤੇ ਹਾਈਡਰੋਜਨ ਨਿਕਲਦੀ ਹੈ ਠੀਕ ਹੈ बेटे। ਉਸੇ ਤਰ੍ਹਾਂ ਹੀ ਹੁਣ ਬਾਈਕਾਰਬੋਨੇਟ ਲੈ ਲਿਆ ਆਪਾਂ ਹਾਈਡਰੋਜਨ ਕਾਰਬੋਨੇਟ ਲੈ ਲਿਆ ਬਾਈਕਾਰਬੋਨੇਟ ਲੈ ਲਿਆ ਆਪਾਂ ਜਦੋਂ ਇਹਦੇ ਨਾਲ ਵੀ ਐਸਿਡ ਰਿਐਕਟ ਕਰੇਗਾ ਤਾਂ ਹਮੇਸ਼ਾ ਕਿਹੜੀ ਗੈਸ ਨਿਕਲੇਗੀ ਕਾਰਬਨ डाइऑक्साइड गैस। ਕਿਹੜੀ ਗੈਸ ਨਿਕਲੇਗੀ बेटे कार्बन डाइऑक्साइड गैस ठीक है बेटे। समझ लगे दोनों प्रॉपर्टीज ये 1 मार्क्स ਦੇ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ ਹੈ
which gas evolve when acid react with the metals ਵੀ ਕਿਹੜੀ ਗੈਸ ਨਿਕਲੇਗੀ ਜਦੋਂ ਐਸਿਡ ਰਿਐਕਟ ਕਰੇਗਾ ਮੈਟਲ ਤੇ ਹਾਈਡਰੋਜਨ ਗੈਸ ਠੀਕ ਹੈ which gas evolve when acid react with metal carbonate and metal hydrogen carbonate ਕਿਹੜੀ ਗੈਸ ਨਿਕਲੇਗੀ ਕਾਰਬਨ ਡਾਈਆਕਸਾਈਡ ਠੀਕ ਹੈ ਬੇਟੇ ਸਮਝ ਲੱਗੀ ਸਰ ਜਿਹੜੀ ਕਾਰਬਨ ਡਾਈਆਕਸਾਈਡ ਗੈਸ ਹੁੰਦੀ ਹੈ ਠੀਕ ਹੈ ਇਹਦੀ ਕੀ ਪ੍ਰੋਪਰਟੀ ਹੈ ਇਹ ਲਾਈਮ ਵਾਟਰ ਨੂੰ ਮਿਲਕੀ ਕਰ ਦਿੰਦੀ ਹੈ ਲਾਈਮ ਵਾਟਰ ਨੂੰ ਕੀ ਕਰ ਦਿੰਦੀ ਹੈ ਮਿਲਕੀ ਕਰ ਦਿੰਦੀ ਹੈ ਓਕੇ ਬੇਟੇ नेक्स्ट प्रॉपर्टी है अपने कोले एसिड्स रिएक्ट विद बेसिस टू फॉर्म साल्ट एंड वाटर ये प्रॉपर्टी बेटे एक मार्क्स से क्वेश्चन में पूछी जा सकती है जेड़ा प्रोसेस होता है ठीक है इस प्रोसेस में अपन की कहते हैं न्यूट्रलाइजेशन रिएक्शन केड़ी रिएक्शन बोलते हैं इनको अपन न्यूट्रलाइजेशन रिएक्शन ठीक है बेटे इन सीधा ही न्यूट्रलाइजेशन रिएक्शन में पूछी जा सकती है दोस्तों ठीक है डिफाइन न्यूट्रलाइजेशन रिएक्शन with example with क्या आ जाएगा बेटे एग्जांपल आ जाएगा हां जी न्यूट्रलाइजेशन रिएक्शन के लिए नाम पे पता चलता है न्यूट्रल होना की होना न्यूट्रल कदों होएगा भी ਜਦੋਂ कोई भी एसिड किसी बेस ਨਾਲ रिएक्ट करते हैं स्ट्रांग एसिड स्ट्रांग बेस ले लिया ਆਪਾਂ ਦੋਨੇ ਆਪਸ ਵਿੱਚ ਰਿਐਕਟ ਕਰ ਗਏ ਤੇ ਕੀ ਬਣਾਣਗੇ ਹਮੇਸ਼ਾ ਸਾਲਟ ਐਂਡ ਵਾਟਰ ਨਾ ਤਾਂ ਉੱਥੇ ਐਸਿਡ ਬਚੇਗਾ ਨਾ ਹੀ ਉੱਥੇ ਬੇਸ ਬਚੇਗਾ ਕੀ ਆ ਜਾਏਗਾ ਸਾਲਟ ਪਲੱਸ ਵਾਟਰ ਆ ਜਾਏਗਾ ਠੀਕ ਹੈ ਇਹਨੂੰ ਕਿਹੜੀ ਰਿਐਕਸ਼ਨ ਕਹਿੰਦੇ ਨੇ ਬੇਟੇ ਆਪਾਂ न्यूट्रलाइजेशन रिएक्शन एग्जांपल ठीक है जी NaOH सोडियम हाइड्रोक्साइड ले लिया अपन ਉਸ ਤੋਂ ਬਾਅਦ ਨਾਲ ਕੀ ਲੈ ਲਿਆ ਐਸਿਡ ਆਪਾਂ ਸਟਰੋਂਗ ਐਸਿਡ ਲੈ ਲਿਆ HCl ਸਟਰੋंग बेस स्ट्रांग एसिड ले लिया अपन दोनों आपस में रिएक्ट किए ये तो अपने को बेस हो गया एक ही हो गया बेटे अपने को एसिड दोनों आपस में रिएक्ट करके की बनाएंगे साल्ट प्लस वाटर हां जी न्यूट्रल कर देंगे एक दूसरे को क्या कर देंगे न्यूट्रल इस करके बेटा की बोला जाता है न्यूट्रलाइजेशन रिएक्शन ठीक है तीनों प्रॉपर्टीज एक एक मार्क्स में पूछे जा सकते हैं बेटे समझ लगी बहुत इजी ने ठीक है रट्टे नहीं मारने याद रखना बहुत इजी चीजें हैं नेक्स्ट बेटे दी प्रॉपर्टी आंदी है एसिड रिएक्ट विद मेटल ऑक्साइड ਹੁਣ ਇੱਥੇ ਐਸਿਡ ਕਿਹਦੇ ਨਾਲ ਰਿਐਕਟ ਕਰ ਰਹੇ ਨੇ ਐਸਿਡ ਰਿਐਕਟ ਵਿਦ ਮੈਟਲ ਆਕਸਾਈਡ ਜਦੋਂ ਮੈਟਲ ਆਕਸਾਈਡ ਨਾਲ ਰਿਐਕਟ ਕਰਨਗੇ ਟੂ ਫਾਰਮ ਸਾਲਟ ਐਂਡ ਵਾਟਰ ਇੱਥੇ ਵੀ ਕੀ ਬਣਾਉਣਗੇ ਸਾਲਟ ਐਂਡ ਵਾਟਰ ਠੀਕ ਹੈ ਬੇਟੇ ਜਿਵੇਂ ਆਪਾਂ ਲੈ ਲਿਆ ਮੈਟਲ ਆਕਸਾਈਡ CuO प्लस एसिड ले लिया HCl तो की बन गया अपने को CuCl2 साल्ट प्लस वाटर ठीक है बेटी नेक्स्ट प्रॉपर्टी है बेटे एसिड्स हैव करोसिव नेचर ਜਿਹੜੇ ਐਸਿਡ ਹੁੰਦੇ ਨੇ ਉਹਨਾਂ ਦਾ ਕਰੋਸਿਵ ਨੇਚਰ ਹੁੰਦਾ ਤੇ ਕਰੋਜ਼ਨ ਆਪਾਂ ਪੜ੍ਹ ਕੇ ਆਏ ਹਾਂ ਬੇਟੇ ਕੀ ਹੁੰਦਾ ਸਲੋ ਹੀਟਿੰਗ ਆਫ ਸਰਫੇਸ ਮੈਟਲ ਸਰਫੇਸ ਪੜ੍ਹ ਕੇ ਆਏ ਸੀ ਆਪਾਂ ਵੀ ਕਿਸੇ ਦੀ ਸਰਫੇਸ ਦੀ ਸਲੋ ਹੀਟ ਹੋਣਾ ਮਤਲਬ ਉੱਪਰੋਂ ਸਰਫੇਸ ਦਾ ਹਟ ਜਾਣਾ ਉਹਨੂੰ ਆਪਾਂ ਕੀ ਕਹਿੰਦੇ ਆ ਕਰੋਜ਼ਨ ਇਹ ਕਰੋਸਿਵ ਨੇਚਰ ਸ਼ੋ ਕਰਦੇ ਆ ਜਿਵੇਂ ਕਿ ਪਿੱਛੇ ਵੀ ਆਪਾਂ ਪੜਿਆ ਸੀਗਾ ਠੀਕ ਹੈ ਵੀ ਜਦੋਂ ਵੀ ਇਹ ਐਸਿਡ ਆਪਣੀ ਬੋਡੀ ਤੇ ਪੈਂਦੇ ਆ ਜਾਂ ਕੱਪੜਿਆਂ ਤੇ ਪੈਂਦੇ ਤੇ ਇਹਨਾਂ ਨੂੰ ਉੱਪਰੋਂ ਖਰਾਬ ਕਰ ਦਿੰਦੇ ਆ ਸਕਿਨ ਨੂੰ ਉੱਪਰੋਂ ਖਰਾਬ ਕਰ ਦਿੰਦੇ ਮਤਲਬ ਖਾ ਜਾਂਦੇ ਇਹਨੂੰ ਉੱਪਰੋਂ ਠੀਕ ਹੈ ਸਲੋ ਹੀਟ ਕਰ ਦਿੰਦੇ ਇਹਨੂੰ ਹੀਟ ਕਰ ਦਿੰਦੇ ਉੱਪਰੋਂ ਇਸ ਕਰਕੇ ਇਹਨੂੰ ਕਰੋਸਿਵ ਨੇਚਰ ਕਹਿੰਦੇ ਆ ਤੇ ਇਹ ਕਿਹੜੇ ਐਸਿਡ ਸ਼ੋ ਕਰਦੇ ਆ ਮਿਨਰਲ ਐਸਿਡ ਕਿਹੜੇ ਐਸਿਡ ਸ਼ੋ ਕਰਦੇ ਆ ਮਿਨਰਲ ਐਸਿਡ ਠੀਕ ਹੈ ਬਈ ਇਹ ਅਰਥ ਤੋਂ ਬਣੇ ਹੁੰਦੇ ਆ ਅਰਥੀ ਮਟੀਰੀਅਲ ਪਾਰਟੀਕਲਸ ਤੋਂ ਬਣੇ ਹੁੰਦੇ ਆ ਮਿਨਰਲ ਐਸਿਡ HCl ਹੋ ਗਿਆ H2SO4 ਹੋ ਗਿਆ ਜਿਹੜੇ ਨੈਚੁਰਲ ਹੁੰਦੇ ਆ ਆਰਗੈਨਿਕ ਹੁੰਦੇ ਆ ਉਹ ਕਰੋਸਿਵ ਨੇਚਰ ਸ਼ੋ ਨਹੀਂ ਕਰਦੇ ਠੀਕ ਹੈ ਬੇਟੇ ਇਹੀ ਕਰਦੇ ਆ ਕਰੋਸਿਵ ਨੇਚਰ ਸ਼ੋ ਹਾਂਜੀ ਬੇਟੇ ਸਮਝ ਲਗੇ ਕੁਝ ਪ੍ਰੋਪਰਟੀਜ਼ ਸੀ ਐਸਿਡ ਦੀਆਂ ਪ੍ਰੋਪਰਟੀਜ਼ ਆਫ ਐਸਿਡ ਬਹੁਤ ਸਿੰਪਲ ਪ੍ਰੋਪਰਟੀਜ਼ ਨੇ ਬੇਟੇ 8 ਪ੍ਰੋਪਰਟੀਜ਼ ਨੇ ਇਹਨਾਂ ਚ ਕੁਝ ਪ੍ਰੋਪਰਟੀਜ਼ ਇਹੋ ਜਿਹੀਆਂ ਨੇ ਜਿਹੜੀਆਂ ਸਿੱਧਾ ਹੀ 1 ਮਾਰਕਸ ਦਾ ਕੁਐਸਚਨ ਪੁੱਟ ਕਰਕੇ ਪੁੱਛਿਆ ਜਾ ਸਕਦਾ ਤੁਹਾਡੇ ਤੋਂ ਠੀਕ ਹੈ ਬੇਟੇ ਬਾਕੀ ਇਹ ਸਿੰਪਲ ਵੀ ਪੁੱਛਿਆ ਜਾ ਸਕਦਾ ਹੈ ਰਾਈਟ ਦੀ ਪ੍ਰੋਪਰਟੀ 2 ਪ੍ਰੋਪਰਟੀਜ਼ 3 ਪ੍ਰੋਪਰਟੀਜ਼ ਆਫ ਐਸਿਡ ਕੁਝ ਵੀ ਲਿਖ ਸਕਦੇ ਹੋ ਤੁਸੀਂ ਅੱਖਾਂ ਦੇ ਵਿੱਚੋਂ ਠੀਕ ਹੈ ਬੇਟੇ फिर नेक्स्ट बेटे आपको एक क्वेश्चन बनता है व्हाट डू ऑल एसिड्स हैव इन कॉमन सारे एसिड्स दे विच मोस्टली सारे एसिड्स दे विच ठीक है आर्गेनिक्स का कांसेप्ट है बेटे एसिड्स दे भी अलग-अलग डेफिनेशंस ने ठीक है अलग-अलग साइंटिस्ट उन्होंने अलग-अलग डेफिनेशन देते हैं एसिड के होंगे बेस के होंगे ਇੱਥੇ ਆਪਾਂ ਜਿਹੜਾ ਕਾंसेप्ट पढ़ रहे हैं ਆਪਾਂ आर्गेनिक्स का कांसेप्ट पढ़ रहे हैं ठीक है व्हाट डू ऑल एसिड्स हैव इन कॉमन सारे एसिड मोस्टली सारे एसिड में की कॉमन होता है अ कॉमन थिंग इन ऑल एसिड बहुत इंपॉर्टेंट क्वेश्चन है पूछा जा सकता है थोड़ा क्वेश्चन ओ अ कॉमन थिंग इन ऑल द एसिड्स इज दैट दे प्रोड्यूस H plus ion हाइड्रोजन आयन they produce H plus ion मतलब हाइड्रोजन आयन when dissolved in water ਜਦੋਂ ਇਹਨਾਂ ਨੂੰ ਪਾਣੀ ਦੇ ਵਿੱਚ ਐਡ ਕੀਤਾ ਜਾਂਦਾ ਪਾਇਆ ਜਾਂਦਾ ਐਸਿਡਸ ਨੂੰ ਵਾਟਰ ਦੇ ਵਿੱਚ ਮਿਕਸ ਕੀਤਾ ਜਾਂਦਾ ਤੇ ਇਹ ਕਿਹਦੇ ਵਿੱਚ ਜੁੜ ਜਾਂਦੇ ਆ
आयंस दे विच, इट डिसोसिएट इनटू आयंस। ठीक है, किहड़े आयन बनणगे उत्थे H+ आयन भी बनेगा, जिवें HCl नु एक्वस सॉल्यूशन बनाया तो H+ आयन प्लस Cl नेगेटिव दे विच टुट जाएगा। ठीक है बेटे, H+ आयन देगा तो क्या होएगा, एसिड होएगा। उसी तरह ही H2SO4 एक्वस की बन गया 2H+ ਤੇ SO4 2 नेगेटिव, मतलब H+ आयन बनेगा। सारे एसिड्स ਦੇ ਵਿੱਚ ਕੀ ਕਾਮਨ ਹੁੰਦਾ ਹੈ ਵੀ ਜਦੋਂ ਇਹਨਾਂ ਨੂੰ ਡਿਸੋਲਵ ਕੀਤਾ ਜਾਂਦਾ ਵਾਟਰ ਦੇ ਵਿੱਚ ਤੇ ਕੀ ਦਿੰਦੇ ਆ ਆਪਾਂ ਨੂੰ ਬੇਟੇ H+ ਆਇਨ। ਠੀਕ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ ਵੀ। ਨੈਕਸਟ ਹੈ ਬੇਟੇ ਆਪਣੇ ਕੋਲ ਨੈਕਸਟ ਕੁਐਸਚਨ ਇੱਕ ਹੋਰ ਆ ਰਿਹਾ, why acid do not show acidic behavior in the absence of water। ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਵੀ ਜਿਹੜੇ ਐਸਿਡਸ ਹੁੰਦੇ ਆ, ਠੀਕ ਹੈ, ਉਹ ਐਸਿਡਿਕ ਬਿਹੇਵੀਅਰ ਸ਼ੋ ਨਹੀਂ ਕਰਦੇ ਇਨ ਐਬਸੈਂਸ ਆਫ ਵਾਟਰ। ਬੇਟੇ ਆਪਾਂ ਸ਼ੁਰੂ ਤੋਂ ਇੱਕ ਡੈਫੀਨੇਸ਼ਨ ਕੀਤੀ ਸੀ ਐਸਿਡ ਦੀ। ठीक है, मैं ਤੁਹਾਨੂੰ ਇੱਕ ਡੈਫੀਨੇਸ਼ਨ ਕਰਵਾਈ ਸੀ ਵੀ ਜਦੋਂ ਆਪਾਂ ਐਸਿਡ ਨੂੰ ਡਿਸੋਲਵ ਕਰਦੇ ਆ ਪਾਣੀ ਦੇ ਵਿੱਚ ਉਦੋਂ ਇਹ H+ ਆਇਨ ਦਿੰਦੇ ਆ। ਠੀਕ ਹੈ, ਦੇ ਗਿਵਸ H+ ਆਇਨ। ਤੇ ਇੱਕ ਗੱਲ ਯਾਦ ਰੱਖਣਾ, ਆਪਾਂ ਇੱਕ ਕੁਐਸਚਨ ਵਿੱਚ ਪੜ੍ਹ ਕੇ ਆਏ ਵੀ ਸਾਰੇ ਐਸਿਡ ਦੇ ਵਿੱਚ ਕੀ ਕਾਮਨ ਹੈ, ਇਹ H+ ਆਇਨ ਦੇਣਗੇ। ਮਤਲਬ ਜਦੋਂ ਇਹ H+ ਆਇਨ ਦਿੰਦੇ ਆ ਉਦੋਂ ਹੀ ਇਹ ਐਸਿਡਿਕ ਬਿਹੇਵੀਅਰ ਸ਼ੋ ਕਰਦੇ ਆ, ਉਦੋਂ ਹੀ ਕੀ ਸ਼ੋ ਕਰਦੇ ਆ, ਐਸਿਡਿਕ ਬਿਹੇਵੀਅਰ। ਜੇਕਰ ਇਹ H+ ਆਇਨ ਨਹੀਂ ਦੇ ਰਿਹਾ, ठीक है, ये HCl फॉर्म ਦੇ ਵਿੱਚ ਹੀ ਵੈਸੇ ਹੀ ਪਿਆ, H+ ਆਇਨ ਨਹੀਂ ਦੇ ਰਿਹਾ, मतलब ਇੱਥੇ ਵਾਟਰ ਆਪਾਂ ਬਿਲਕੁਲ ਨਹੀਂ ਲੈ ਰੱਖਿਆ। ਠੀਕ ਹੈ, ਇਹ ਐਸਿਡਿਕ ਬਿਹੇਵੀਅਰ ਸ਼ੋ ਨਹੀਂ ਕਰੇਗਾ। ਠੀਕ ਹੈ, ਇਹਦੇ ਵਿੱਚ ਥੋੜਾ ਬਹੁਤ ਆਪਾਂ ਪਾਣੀ ਮਿਕਸ ਕਰਾਂਗੇ, ਠੀਕ ਹੈ, ਤੇ ਇਹ H+ ਆਇਨ ਵਿੱਚ ਟੁੱਟੇਗਾ ਤੇ ਫਿਰ ਹੀ ਐਸਿਡਿਕ ਬਿਹੇਵੀਅਰ ਸ਼ੋ ਕਰੇਗਾ। ਉਹੀ ਚੀਜ਼ ਇੱਥੇ ਹੈ ਵੀ why acid do not show acidic behavior in the absence of water। absence of water ਦੇ ਵਿੱਚ ਐਸਿਡਿਕ ਬਿਹੇਵੀਅਰ ਸ਼ੋ ਨਹੀਂ ਕਰੇਗਾ। ਠੀਕ ਹੈ ਜੀ, because in the absence of water a substance will not, ਜਿਹੜਾ acid substance ਹੋਏਗਾ will not form hydrogen ion, ਉਹ ਹਾਈਡਰੋਜਨ ਆਇਨ ਪ੍ਰੋਡਿਊਸ ਨਹੀਂ ਕਰੇਗਾ ਕਿਉਂਕਿ HCl ਫਾਰਮ ਦੇ ਵਿੱਚ ਹੀ ਪਿਆ ਰਹੇਗਾ। ਤੇ ਇਹ ਐਸਿਡਿਕ ਬਿਹੇਵੀਅਰ ਕਦੋਂ ਸ਼ੋ ਕਰੇਗਾ, ਜਦੋਂ ਇਹ H+ ਦੇ ਵਿੱਚ ਟੁੱਟੇਗਾ, H+ Cl ਦੇ ਵਿੱਚ ਟੁੱਟੇਗਾ, ਉਦੋਂ ਹੀ ਇਹ ਕੀ ਸ਼ੋ ਕਰੇਗਾ, ਐਸਿਡਿਕ ਬਿਹੇਵੀਅਰ। ਤੇ ਇਹਨੂੰ H+ ਦੇ ਵਿੱਚ ਤੋੜਨ ਦੇ ਲਈ ਆਪਾਂ ਨੂੰ ਕਿਹਦੀ ਜ਼ਰੂਰਤ ਹੈ, ਵਾਟਰ ਦੀ। ਜੇ ਵਾਟਰ ਹੋਏਗਾ ਤਾਂ ਹੀ H+ ਦੇ ਵਿੱਚ ਟੁੱਟੇਗਾ, ਜੇ ਵਾਟਰ ਨਹੀਂ ਹੈ ਤਾਂ H+ ਦੇ ਵਿੱਚ ਨਹੀਂ ਟੁੱਟਣਾ। ਠੀਕ ਹੈ, because in the absence of water a substance will not form hydrogen ion and hence will not show its acidic behavior। इस करके आपका एसिडिक बिहेवियर शो नहीं करता। ठीक है बेटे, दोनों क्वेश्चन समझ लगे, बहुत इंपॉर्टेंट क्वेश्चन है। फिर दो क्वेश्चन बेटे और नीचे लिखे हुए हैं, ये भी तुसी रिवाइज करने हैं। ठीक है, जेडे ए वाला क्वेश्चन है ਇਹਦੇ ਅੰਦਰ ਤੋਂ ਲਿਖ ਦਿਆ ਜਾਏਗਾ why does dry HCl gas, ਇਹ dry HCl, dry मतलब सूखी गैस है, वाटर नहीं है ਉੱਥੇ। dry HCl gas not change the color of the dry litmus paper। ਜਿਹੜਾ litmus paper ਉਹ ਵੀ dry ਹੈ ਤੇ ਆਪਾਂ ਇੱਕ ਚੀਜ਼ ਪੜ੍ਹ ਕੇ ਆਏ ਜਿਹੜੇ ਐਸਿਡ ਹੁੰਦੇ ਨੇ ਉਹ ਬਲੂ litmus ਨੂੰ ਕਿਹਦੇ ਵਿੱਚ ਚੇਂਜ ਕਰ ਦਿੰਦੇ ਨੇ, ਰੈੱਡ ਦੇ ਵਿੱਚ। ਪਰ ਇੱਥੇ ਵੀ ਤਾਂ ਆਪਾਂ HCl ਗੈਸ ਲੈ ਰੱਖੀ ਹੈ ਤੇ litmus paper ਲੈ ਰੱਖਿਆ, ਫਿਰ ਇਹਨੇ ਚੇਂਜ ਕਿਉਂ ਨਹੀਂ ਕੀਤਾ, ਕਿਉਂ ਨਹੀਂ ਕੀਤਾ, ਕਿਉਂਕਿ ਇਹ dry ਹੈ। HCl ਗੈਸ ਵੀ dry ਹੈ ਤੇ litmus paper ਵੀ ਕੀ ਹੈ, dry ਹੈ। ਉੱਥੇ ਵਾਟਰ ਹੈ ਨਹੀਂ, ਆਪਾਂ ਨੂੰ ਪਤਾ ਜਿੱਥੇ ਪਾਣੀ ਨਹੀਂਗਾ ਉੱਥੇ HCl ਗੈਸ ਜਿਹੜੀ ਉਹ ਐਸੀ ਤਰ੍ਹਾਂ ਬਿਹੇਵ ਨਹੀਂ ਕਰੇਗੀ। ਕਿਉਂ, ਕਿਉਂਕਿ H+ ਆਇਨ ਨਹੀਂ ਦੇਗੀ, ਜਦੋਂ ਤੱਕ H+ ਆਇਨ ਨਹੀਂ ਨਿਕਲਣਗੇ ਐਸੀ ਤਰ੍ਹਾਂ ਬਿਹੇਵ ਨਹੀਂ ਕਰੇਗਾ। ਇਹੀ ਸੇਮ ਚੀਜ਼ ਆ ਗਈ ਇਨ ਦੀ ਐਬਸੈਂਸ ਆਫ ਵਾਟਰ ਵਾਲੀ। ਠੀਕ ਹੈ, ਇਹ ਕੁਐਸਚਨ ਵੀ ਕਰ ਲੈਣਾ ਤੁਸੀਂ। ਇੱਕ ਕੁਐਸਚਨ ਬੜੇ ਇੱਥੇ ਦੇਖ ਕੇ ਆਪਾਂ ਨੂੰ ਆਉਣਾ, ਇਹ ਵੀ ਇੰਪੋਰਟੈਂਟ ਹੈ, ਥੋੜੀ ਐਕਟੀਵਿਟੀ ਹੈ। to show that all the compounds containing hydrogen are not acid। मतलब ਹੁਣ ਆਪਾਂ ਬੜੇ ਇੱਕ ਚੀਜ਼ ਬਹੁਤ ਵਾਰ-ਵਾਰ ਪੜ੍ਹਦੇ ਆ ਰਹੇ ਹਾਂ ਵੀ ਜਿਹੜੇ ਐਸਿਡ ਹੁੰਦੇ ਆ ਉਹ H+ ਆਇਨ ਦਿੰਦੇ ਆ। ਕੀ ਦਿੰਦੇ ਆ, H+ ਆਇਨ। मतलब ਜਿਨ੍ਹਾਂ ਕੋਲ ਹਾਈਡਰੋਜਨ ਹੁੰਦੇ ਆ ਉਹ ਸਾਰੇ ਐਸਿਡ ਹੁੰਦੇ ਆ, ਨਹੀਂ। ਠੀਕ ਹੈ, ਜ਼ਰੂਰੀ ਨਹੀਂ ਵੀ ਜਿਨ੍ਹਾਂ ਕੋਲ H ਪਿਆ ਹੈ, ਹਾਈਡਰੋਜਨ ਪਿਆ ਉਹ ਐਸਿਡ ਹੀ ਹੋਣਗੇ ਸਾਰੇ। ਇਹੀ ਚੀਜ਼ ਇਹ ਕੁਐਸਚਨ ਵਿੱਚ ਹੈ ਬੇਟੇ, ਟੂ ਸ਼ੋ ਦੈਟ ਆਲ ਦੀ ਕੰਪਾਊਂਡ ਕੰਟੇਨਿੰਗ ਹਾਈਡਰੋਜਨ ਆਰ ਨੋਟ ਐਸਿਡਸ। मतलब ਜਿੰਨੇ ਵੀ ਕੰਪਾਊਂਡ ਨੇ ਸਾਰੇ ਦੇ ਸਾਰੇ ਕੰਪਾਊਂਡ ਜਿਨ੍ਹਾਂ ਕੋਲ ਹਾਈਡਰੋਜਨ ਪਿਆ ਉਹ ਸਾਰੇ ਐਸਿਡ ਨਹੀਂ ਹੁੰਦੇ। ਜਿਵੇਂ ਕਿ ਆਪਾਂ ਇੱਕ ਬੜੀ ਐਗਜ਼ਾਮਪਲ ਲੈ ਲਈਏ C6H12O6, शुगर ਦਾ एग्जांपल ਲੈ ਲੈ ਬੇਟਾ, ग्लूकोज ਦਾ एग्जांपल ਲੈ ਲੈ ਆਪਾਂ। ਹੁਣ ਦੇਖੋ ਬੇਟੇ ਕੀ ਹੈ ਆਪਣੇ ਕੋਲ C6H12O6। ਆਪਾਂ ਕੀ ਕੀਤਾ, HCl ਸੀ ਆਪਣੇ ਕੋਲ, ਇੱਥੇ ਇੱਕ ਹੀ ਹਾਈਡਰੋਜਨ ਸੀ, ਇੱਕ ਹੀ ਹਾਈਡਰੋਜਨ ਸੀ, ਇਹਨੂੰ ਆਪਾਂ ਸਟਰੋਂਗ ਐਸਿਡ ਕਹਿੰਦੇ ਸੀ। ਇੱਥੇ ਕਿੰਨੇ ਹਾਈਡਰੋਜਨ ਹੈ, 12। ਫਿਰ ਤਾਂ ਬਹੁਤ ਸਟਰੋਂਗ ਐਸਿਡ ਹੋਣਾ ਚਾਹੀਦਾ, ਬਟ ਨਹੀਂ, ਇਹ ਐਸਿਡ ਨਹੀਂ ਹੁੰਦਾ, ਇਹ ਐਸਿਡ ਨਹੀਂ ਹੁੰਦਾ। ਕਿਉਂ, ਕੀ ਰੀਜ਼ਨ ਹੈ, ਇਹੀ ਰੀਜ਼ਨ ਇਸ ਕੁਐਸਚਨ ਵਿੱਚ ਪੁੱਛਿਆ ਗਿਆ ਕਿ ਜਿੰਨੇ ਵੀ ਕੰਪਾਊਂਡ ਹਾਈਡਰੋਜਨ ਕੰਟੇਨਿੰਗ ਨੇ ਉਹ ਸਾਰੇ ਦੇ ਸਾਰੇ ਐਸਿਡ ਨਹੀਂ ਹੁੰਦੇ, ਸ਼ੋ ਕਰਨਾ ਹੈ। ਠੀਕ ਹੈ ਬੇਟੇ, ਇੱਕ ਸਿੰਪਲ ਹੈ, ਮੈਂ ਤੁਹਾਨੂੰ ਐਸੇ ਨਾਲ ਆਨਸਰ ਦੱਸ ਦੇਣਾ, ਬਾਕੀ ਤੁਸੀਂ ਵਧੀਆ ਨੂੰ ਡਿਟੇਲ ਵਿੱਚ ਪੜ੍ਹਨਾ।
ठीक है। एनसीईआरटी ਦੇ ਕੁਐਸਚਨਸ ਦੇ ਵਿੱਚ ਦੇ ਰੱਖਿਆ, ਉਹਦੇ ਵਿੱਚ ਐਕਟੀਵਿਟੀ ਵੀ ਦੇ ਰੱਖੀ ਹੈ एनसीईआरटी ਦੀ ਬੁੱਕ ਦੇ ਵਿੱਚ, ਠੀਕ ਹੈ। ਉੱਥੋਂ ਤੁਸੀਂ ਵਧੀਆ ਰਿਵਾਈਜ਼ ਕਰ ਲੈਣਾ। ਸਿੰਪਲ ਐਕਟੀਵਿਟੀ ਦੇ ਬੇਟੇ ਐਸਿਡਸ ਉਹ ਹੁੰਦੇ ਆ ਜਿਹੜੇ H+ ਆਇਨ ਦੇ ਦੇਣਗੇ ਐਕਵਸ ਸੋਲੂਸ਼ਨ ਵਿੱਚ, ਉਹਨਾਂ ਨੂੰ ਹੀ ਐਸਿਡ ਬੋਲਿਆ ਜਾਂਦਾ ਹੈ। ਪਰ ਜਦੋਂ ਇਹਨੂੰ ਆਪਾਂ C6H12O6 ਨੂੰ ਆਪਾਂ ਵਾਟਰ ਦੇ ਵਿੱਚ ਡਿਸੋਲਵ ਕਰਦੇ ਹਾਂ ਤੇ H+ ਆਇਨ ਦੇ ਵਿੱਚ ਨਹੀਂ ਹੁੰਦਾ, ਜਿਹਨੇ H+ ਆਇਨ ਨਹੀਂ ਦਿੱਤੇ ਉਹਨੂੰ ਆਪਾਂ ਐਸਿਡ ਨਹੀਂ ਕਰਦੇ, ਠੀਕ ਹੈ ਬੇਟੇ। ਸਮਝ ਲੱਗੀ। ਇਹ ਕੁਝ ਕੁਐਸਚਨ ਸੀ एनसीईआरटी ਦੀ ਬੁੱਕ ਵਿੱਚ ਦੇ ਰੱਖਿਆ ਬੇਟੇ ਕੁਐਸਚਨ, ਉੱਥੋਂ ਤੁਸੀਂ ਇਹ ਐਕਟੀਵਿਟੀ ਵੀ ਕਰ ਲਈ ਹੈ, ਕੁਐਸਚਨ ਵੀ ਕਰ ਲੈਣੇ ਤੇ ਇਹ ਹੁੰਦੀਆਂ ਕੁਝ ਪ੍ਰੋਪਰਟੀਜ਼ ਸੀ ਬੇਟੇ। ਬਹੁਤ ਸਿੰਪਲ ਹੈ, ਇਹ ਇੰਪੋਰਟੈਂਟ ਕੁਐਸਚਨ ਹੈ, ਪੁੱਛੇ ਵੀ ਜਾ ਸਕਦੇ ਆ। ਬਹੁਤ ਸਿੰਪਲ ਜਿਹਾ ਟੌਪਿਕ ਹੈ ਬੇਟੇ। आई होप ਤੁਹਾਨੂੰ ਸਾਰਿਆਂ ਨੂੰ ਵਧੀਆ ਸਮਝ ਲੱਗਿਆ ਹੋਵੇਗਾ। ਓਕੇ ਬੇਟੇ।